ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਜਰਨਲਿਸਟ। ਸਵਾਗਤ ਹੈ ਭਾਸਕਰ ਸਾਹਿਬ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪ੍ਰਧਾਨ ਜੀ ਮਲੋਕਾ ਜੀ ਨੂੰ ਕਹਿੰਦੇ ਨੇ ਕਿ ਆਪਾਂ ਸਰਕਾਰ ਬਣਾਉਣੀ ਆ, ਅਹਿਮ ਮੰਤਰਾਲੇ ਚਲਾਉਣੇ ਆ, ਜੇ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਮੇਰਾ ਭਾਰ ਕੌਣ ਵੰਡਾਊ? ਅਸੀਂ ਤੁਹਾਨੂੰ ਅਹਿਮ ਵਜ਼ੀਰ ਬਣਾਉਣਾ, ਤੁਸੀਂ ਕਹਿੰਦੇ ਮੈਂ ਇਲੈਕਸ਼ਨ ਨਹੀਂ ਲੜਨੀ। ਤੇ ਨਾਰਾਜ਼ ਮਲੋਕਾ ਜੀ ਦੇ ਚਿਹਰੇ ਤੇ ਮੁਸਕਰਾਹਟ ਫੈਲ ਜਾਂਦੀ ਆ ਤੇ ਮਨ ਹੀ ਮਨ ਦੇ ਵਿੱਚ ਉਹ ਚਿਤਵਣ ਲੱਗਦੇ ਆ ਕਿ ਐਤਕੀ ਕਿਹੜੇ ਮਹਿਕਮੇ ਅਹਿਮ ਹੋ ਸਕਦੇ ਆ ਜਿਹੜੇ ਲਏ ਜਾ ਸਕਦੇ ਆ, ਤੇ ਇੰਨੇ 'ਚ ਜੱਫੀ ਪੈ ਜਾਂਦੀ, ਗੱਲ ਮੁੱਕ ਜਾਂਦੀ। ਕਹਾਣੀ ਇੰਨੀ ਕੀ ਸੀ। ਦੂਜੇ ਬੰਨੇ ਜਦੋਂ ਸ਼ਰੀਕਾਂ ਵੱਲ ਜਸ਼ਨ ਹੋਣ ਦੇ, ਹੁਣ ਮੇਰਾ ਮਤਲਬ ਤਾਜ ਪੈਲਸ ਦੇ ਵਿੱਚ ਕੱਲ ਮਝੈਲ ਇਕੱਠੇ ਕੀਤੇ ਸੀ ਜਿਹੜੇ ਸੈਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ, ਤੇ ਜਦੋਂ ਗਵਾਂਢ 'ਚ ਜਸ਼ਨ ਹੁੰਦੇ ਹੋਣ, ਵਿਆਹ ਦਾ ਮਾਹੌਲ ਹੋਵੇ ਤੇ ਕੰਨ ਦੋਲੇ ਜੇ ਨਾ ਸੱਦੇ ਗਏ ਹੋਣ ਤਾਂ ਉਹ ਇਧਰੋਂ ਉਧਰੋਂ ਖੰਗੂਰੇ ਮਾਰਦੇ ਫਿਰਦੇ ਆ ਕਿ ਭਾਈ ਅਸੀਂ ਵੀ ਹੈਗੇ ਆ। ਸੋ ਦੋ ਮੰਤਰੀ ਪੱਤਰ ਲਿਖਦੇ ਆ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਲਈ। ਗੱਲ ਪੱਤਰ ਤਾਂ ਬਹਾਨਾ, ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਮੁਲਾਕਾਤ ਹੋਣੀ ਆ, ਤੇ ਤੁਹਾਨੂੰ ਪਤਾ ਜਦੋਂ ਮੁਲਾਕਾਤਾਂ ਹੁੰਦੀਆਂ ਤੇ ਇਹ ਰਸਮੀ ਨਹੀਂ ਰਹਿੰਦੀਆਂ, ਫਿਰ ਗੈਰ ਰਸਮੀ ਵੀ ਹੋ ਜਾਂਦੀਆਂ, ਪੁਰਾਣੀਆਂ ਗੱਲਾਂ ਯਾਦ ਵੀ ਆ ਜਾਂਦੀਆਂ ਜਾਂ ਕਰਾਤੀਆਂ ਜਾਂਦੀਆਂ। ਇਹਦੇ ਤੇ ਗੱਲ ਕਰਾਂਗੇ ਕਿ ਕੁਝ ਲੁਕਵਾਂ ਵੀ ਹੈਗਾ। ਲੇਕਿਨ ਸਰਬਜੀਤ ਸਿੰਘ ਮੱਕੜ ਜਗਬੀਰ ਬਰਾੜ ਨੂੰ ਟਿਕਟ ਦੇਣ ਤੋਂ ਸੁਖਬੀਰ ਬਾਦਲ ਨਾਲ ਨਾਰਾਜ਼ ਨੇ, ਲੇਕਿਨ ਉਹਨਾਂ ਦੇ ਭਰਾ ਨੇ ਨਾਰਾਜ਼ਗੀ ਤੋਂ 4 ਕਦਮ ਅੱਗੇ ਜਾ ਕੇ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਲਾਏ ਆ। ਤੁਸੀਂ ਤਾਂ ਜਲੰਧਰੀਏ ਹੋ, ਮੈਨੂੰ ਤਾਂ ਇੰਜ ਲੱਗਿਆ ਕਿ ਜਿੱਦਾਂ ਆਪਣਾ ਹੀ ਝੱਗਾ ਚੱਕ ਲਿਆ। ਉਹ ਬਹੁਤ ਕੁਝ ਐਸਾ ਜਿਹੜਾ ਨਹੀਂ ਸੀ ਬੇਪਰਦ ਹੁੰਦਾ ਸਿਆਸਤਾਂ 'ਚ, ਉਹ ਇਦਾਂ ਹੋ ਜਾਂਦਾ। ਨਾਰਾਜ਼ਗੀਆਂ ਕਿਸੇ ਵੇਲੇ ਮਹਿੰਗੀਆਂ ਪੈਣ ਲੱਗਦੀਆਂ। ਮੈਂ ਮੁੜ ਕੇ ਆਵਾਂ ਤੇ ਪਹਿਲੀ ਗੱਲ ਕਿ ਅਸੀਂ ਮਲੋਕਾ ਸਾਹਿਬ ਨੂੰ ਮੰਨਦਿਆਂ ਤਾਂ ਵੇਖ ਲਿਆ, ਲੇਕਿਨ ਇਹਦੇ ਤੇ ਗੱਲ ਕਰਨ ਤੋਂ ਪਹਿਲਾਂ ਵੀ ਮੈਂ ਆਊਂਗਾ, ਮਾਝੇ ਦੇ 2 ਵਜ਼ੀਰ ਉਹ ਚਿੱਠੀ ਲਿਖਦੇ ਆ ਬਟਾਲੇ ਨੂੰ ਰੈਵੀਨਿਊ ਜ਼ਿਲ੍ਹਾ ਬਣਾਉਣ ਲਈ, ਤੇ ਉਹ ਚਿੱਠੀ ਭਾਵੇਂ 2 ਲਾਈਨਾਂ ਦੀ ਸੀ, ਲੇਕਿਨ ਲੋਕ ਸੰਪਰਕ ਉਹਦਾ ਪੂਰੇ ਦਾ ਪੂਰਾ ਇੱਕ ਪ੍ਰੈਸ ਨੋਟ ਜਾਰੀ ਕਰ ਦਿੰਦਾ, ਉਹ ਜਨਤਕ ਹੁੰਦਾ। ਹੁਣ ਇਹ ਮੀਟਿੰਗ ਤੁਰੰਤ ਪ੍ਰਭਾਵ ਨਾਲ ਮੰਗੀ ਗਈ ਆ। ਇਹ ਮੀਟਿੰਗ ਕਦੋਂ ਹੁੰਦੀ ਆ ਇਹਦੇ ਤੇ ਗੱਲ ਕਰਾਂਗੇ, ਲੇਕਿਨ 2 ਲਾਈਨਾਂ 'ਚ ਮੈਂ ਕਹਿ ਦਿਆਂ ਕਿ ਮਾਲਵੇ ਦਾ ਇੱਕ MLA ਇਸ ਵਜ਼ੀਰਾਂ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਤਤਪਰ ਸੀ। 2 ਵਜ਼ੀਰਾਂ ਨੂੰ ਮੁੱਖ ਮੰਤਰੀ ਨਹੀਂ ਸੀ ਮਿਲਣਾ ਚਾਹ ਰਹੇ ਤੇ 2 ਲਈ ਉਹਨਾਂ ਦੀ ਗ੍ਰੀਨ ਸਿਗਨਲ ਸੀ। ਦੋਵੇਂ ਮਾਝੇ ਦੇ ਆ, ਇੱਕ ਮਾਝੇ ਦਾ ਮਾਈਨਸ ਕੀਤਾ ਗਿਆ। ਲੇਕਿਨ ਹੁਣ ਜਿਹੜੀ ਚਿੱਠੀ ਲਿਖੀ ਗਈ ਆ ਇਹ 2 ਵੱਖ-ਵੱਖ ਵਜ਼ੀਰਾਂ ਨੇ ਲਿਖੀ ਆ। ਸਵਾਲ ਇਹ ਆ ਕਿ ਬਟਾਲਾ ਜ਼ਿਲ੍ਹਾ ਬਣਦਾ ਕਿ ਨਹੀਂ ਬਣਦਾ, ਜੱਫੀ ਪੈ ਸਕਦੀ ਹੈ। ਇਹਦੇ ਤੇ ਅੱਗੇ ਤੁਰਦੇ ਆ, ਤੁਸੀਂ ਆਪਣਾ ਵਿਊ ਪੁਆਇੰਟ ਦਿਓ, ਫਿਰ ਮੇਰੇ ਕੋਲ ਇੱਕ ਅਹਿਮ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦਾ। ਰੰਧਾਵਾ ਜੀ, ਬਟਾਲਾ ਇੱਕ ਐਦਾਂ ਦੀ ਕੌਂਸਟੀਚੁਐਂਸੀ ਹੈ ਜਿਹਦੇ ਵਿੱਚ ਕਈ ਲੋਕ, ਖਾਸ ਕਰਕੇ ਬਾਜਵੇ, ਉਹ ਅੱਖ ਰੱਖੀ ਬੈਠੇ ਨੇ। ਔਰ ਜਿਹੜਾ ਉਸ ਕੌਂਸਟੀਚੁਐਂਸੀ ਦੇ ਵਿੱਚ ਬੈਠਾ ਅਸ਼ਵਨੀ ਸੇਖੜੀ, ਉਹ ਤਕਰੀਬਨ ਰਾਜਨੀਤਿਕ ਤੌਰ ਤੇ ਹਾਸ਼ੀਆ ਤੇ ਚਲਾ ਗਿਆ ਸੀ। ਅਚਾਨਕ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਫਿਰ ਰਾਜਨੀਤਿਕ ਤੌਰ ਤੇ ਜਿੰਦਾ ਕਰਤਾ। ਉਹ ਉਹਨਾਂ ਦੇ ਨਾਲ ਦਿੱਲੀ ਵੀ ਵੇਖੇ ਗਏ ਜਦ ਕੈਪਟਨ ਸਾਹਿਬ ਦਾ ਦਿੱਲੀ ਦੌਰਾ ਸੀਗਾ। ਫਿਰ ਉਹਨਾਂ ਦੇ ਕੋਈ ਵੀ ਲੰਚ ਜਾਂ ਡਿਨਰ ਜੋ ਵੀ ਉਹਨਾਂ ਨੇ ਆਪਣੇ ਘਰ ਦਿੱਤਾ, ਉਹਦੇ ਵਿੱਚ ਵੀ ਅਸ਼ਵਨੀ ਸੇਖੜੀ ਨੂੰ ਇੱਕ ਖਾਸ ਇੰਪੋਰਟੈਂਸ ਮਿਲਣੀ ਸ਼ੁਰੂ ਹੋ ਗਈ। ਤ੍ਰਿਪਤ ਰਾਜਿੰਦਰ ਬਾਜਵਾ ਉਹਨਾਂ ਨੂੰ ਇਹ ਲੱਗਿਆ ਕਿ ਵੀ ਬਟਾਲਾ ਤੇ ਮੇਰੇ ਹੱਥੋਂ ਗਿਆ, ਕਿਉਂਕਿ ਪਿਛਲੇ 4-4.5 ਸਾਲ ਤੱਕ ਲਗਾਤਾਰ ਤ੍ਰਿਪਤ ਰਾਜਿੰਦਰ ਬਾਜਵਾ ਬਟਾਲਾ ਦੇ ਉੱਤੇ ਅੱਖ ਰੱਖ ਕੇ ਬੈਠੇ ਸੀਗੇ। ਔਰ ਉਹਨਾਂ ਨੇ ਪੂਰੀ ਇੱਕ ਤਰੀਕੇ ਨਾਲ ਜਿਹਨੂੰ ਕਹਿੰਦੇ ਨਾ ਆਪਣੇ ਸਾਰੇ ਫੀਲਡਿੰਗ ਸਜਾ ਲਈ ਸੀ ਉੱਥੇ। ਪਰ ਅਚਾਨਕ ਹੀ SHO ਤੋਂ ਲੈ ਕੇ SSP ਤੱਕ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤੋਂ ਲੈ ਕੇ ਮੰਡੀ ਬੋਰਡ ਦੇ ਪ੍ਰਧਾਨ ਤੋਂ ਸਾਰੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਰਕੀਟਿੰਗ ਕਮੇਟੀ ਦੇ ਚੇਅਰਮੈਨ, ਉਹ ਸਾਰੇ ਬਦਲ ਦਿੱਤੇ ਜਾਂਦੇ ਨੇ। ਔਰ ਤ੍ਰਿਪਤ ਰਾਜਿੰਦਰ ਬਾਜਵਾ ਭਾਵੇਂ ਉਹ ਮੰਤਰੀ ਹੈ, ਪਰ ਉਸ ਕੌਂਸਟੀਚੁਐਂਸੀ ਦੇ ਵਿੱਚ ਉਹਨਾਂ ਦੀ ਸੰਤਰੀ ਦੀ ਵੀ ਹਾਲਤ ਨਹੀਂ ਰਹਿੰਦੀ। ਇਹ ਗੱਲ ਚੁਭਦੀ ਤੇ ਬਹੁਤ ਹੈ। ਔਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਬਟਾਲੇ ਨੂੰ ਡਿਸਟ੍ਰਿਕਟ ਬਣਾਉਣ ਵਾਸਤੇ ਉਹ ਮੁੱਖ ਮੰਤਰੀ ਤੋਂ ਮੰਗ ਕਰਦੇ ਨੇ ਕਿ ਵੀ ਅਸੀਂ ਦੋਨੋਂ ਮਿਲਣਾ ਚਾਹੁੰਦੇ ਹਾਂ। ਮਿਲਣਾ ਕੌਣ ਦੋਨਾਂ ਚਾਹੁੰਦੇ ਨੇ? ਸੁਖੀ ਰੰਧਾਵਾ ਤੇ ਦੂਜੇ ਪਾਸੇ ਤ੍ਰਿਪਤ ਰਾਜਿੰਦਰ ਬਾਜਵਾ। ਤ੍ਰਿਪਤ ਰਾਜਿੰਦਰ ਬਾਜਵਾ ਦੇ ਉੱਤੇ ਤੇ ਉਹਨਾਂ ਨੇ, ਕੈਪਟਨ ਸਾਹਿਬ ਨੇ ਕੁਝ ਹੋਰ ਵੀ ਅਟੈਕ ਕੀਤੇ ਕਿ ਉਹਨਾਂ ਦੇ ਭਾਂਜੇ ਨੂੰ SSP ਤੋਂ ਲਾ ਦਿੱਤਾ ਗਿਆ। ਹੋਰ ਵੀ ਇੱਦਾਂ ਦੀ ਕਈ ਗੱਲਾਂ ਹੈਗੀਆਂ ਜਿਹੜੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਖਿਲਾਫ ਜਾਂ ਤ੍ਰਿਪਤ ਰਾਜਿੰਦਰ ਬਾਜਵਾ ਦੇ ਬਾਰੇ 'ਚ ਉਹਨਾਂ ਨੇ ਹਾਈਕਮਾਂਡ ਤੇ ਵੀ ਪਹੁੰਚਾਈ ਹੈਗੀ ਹੈ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈਗੇ ਨੇ। ਪਰ ਗੱਲ ਹੁਣ ਇਹ ਚਿੱਠੀ 1 ਲਾਈਨ ਦੀ ਸੀਗੀ, ਇਹਦੇ ਉੱਤੇ ਪੂਰਾ ਪ੍ਰੈਸ ਨੋਟ, ਬਟਾਲੇ ਦੀ ਇੰਪੋਰਟੈਂਸ, ਜਿਹੜੇ ਸਬ ਡਿਵੀਜ਼ਨ ਬਣਨੇ ਨੇ ਉਹਦੀ ਇੰਪੋਰਟੈਂਸ, ਡੇਰਾ ਬਾਬਾ ਨਾਨਕ। ਹਾਲਾਂਕਿ ਉਹ ਸੁਖੀ ਰੰਧਾਵਾ ਚਿੱਠੀ ਲਿਖ ਰਹੇ ਨੇ, ਪਰ ਉਹ ਇਹ ਮੰਗ ਨਹੀਂ ਕਰਦੇ ਕਿ ਡੇਰਾ ਬਾਬਾ ਨਾਨਕ ਨੂੰ ਵੀ ਡਿਸਟ੍ਰਿਕਟ ਬਣਾਇਆ ਜਾਏ, ਕਿਉਂਕਿ ਡੇਰਾ ਬਾਬਾ ਨਾਨਕ ਇਹ ਇਸ ਤਰ੍ਹਾਂ ਦੀ ਜਗ੍ਹਾ ਹੈਗੀ ਹੈ
ਜਿਹਦੇ ਰਾਹੀਂ ਕਰਤਾਰਪੁਰ ਲਾਂਘਾ ਖੁੱਲ੍ਹਦਾ ਹੈ। ਉਹਦੇ ਵਿੱਚ ਸੈਂਟਰ ਦੀ ਵੀ ਕਾਫੀ ਇਨਵੈਸਟਮੈਂਟ ਆ ਚੁੱਕੀ ਹੈ, ਔਰ ਡੇਰਾ ਬਾਬਾ ਨਾਨਕ ਦੀ ਜ਼ਮੀਨਾਂ ਦੇ ਰੇਟ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਏਗਾ, ਕਰੀਬ 10 ਤੋਂ 50 ਗੁਣਾ ਵੱਧ ਗਏ ਸੀਗੇ ਜਦ ਇਹ ਕਰਤਾਰਪੁਰ ਕੋਰੀਡੋਰ ਖੁੱਲ੍ਹਣਾ ਸੀਗਾ। ਚਲੋ ਉਹ ਕਰਤਾਰਪੁਰ ਕੋਰੀਡੋਰ ਕਾਫੀ ਟਾਈਮ ਤੋਂ ਕੋਵਿਡ ਕਰਕੇ ਬੰਦ ਪਿਆ, ਖੁੱਲ੍ਹੇਗਾ ਕਦੋਂ ਉਹ ਤੇ ਮੋਦੀ ਸਾਹਿਬ ਨੇ ਫੈਸਲਾ ਲੈਣਾ ਹੈ। ਪਰ ਇਸ ਚਿੱਠੀ ਦੇ ਵਿੱਚ ਬਟਾਲਾ ਦਾ ਜ਼ਿਕਰ ਹੀ ਕਰਨਾ, ਕਿਉਂਕਿ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਨੂੰ ਇੱਕ ਖਾਸ ਹੋਰ ਜਿਹੜੇ ਕੈਪਟਨ ਸਾਹਿਬ ਦੇ ਸ਼ਰੀਕ ਹੋਣ ਉਹਨਾਂ ਦੇ ਸਾਥ ਦੀ ਲੋੜ ਸੀਗੀ, ਤੇ ਇੱਥੇ ਸੁਖੀ ਰੰਧਾਵਾ ਉਹਨਾਂ ਦੇ ਨਾਲ ਖੜੇ ਨਜ਼ਰ ਆਉਂਦੇ ਨੇ। ਉਹ ਇੱਕ ਚਿੱਠੀ ਲਿਖਦੇ ਨੇ, ਉਸ ਚਿੱਠੀ ਦੇ ਉੱਤੇ ਪੂਰਾ ਪ੍ਰੈਸ ਨੋਟ ਤਿਆਰ ਹੁੰਦਾ ਹੈ, ਔਰ ਮੀਟਿੰਗ ਕਦੋਂ ਹੈਗੀ ਹੈ ਇਸ ਬਾਰੇ ਚ ਹਜੇ ਤਾਂ ਨਹੀਂ ਦੱਸਿਆ ਗਿਆ। ਕੁਝ ਲੋਕ ਇਹ ਵੀ ਕਹਿੰਦੇ ਮੀਟਿੰਗ ਹੋ ਵੀ ਚੁੱਕੀ ਹੈ, ਪਰ ਇਸ ਮੀਟਿੰਗ ਦੇ ਵਿੱਚ ਬਟਾਲਾ ਦਾ ਕਿੰਨਾ ਕੁ ਡਿਸਕਸ਼ਨ ਹੋਣਾ ਹੈ ਉਹ ਤੇ ਵੱਖਰੀ ਗੱਲ ਹੈਗੀ ਹੈ। ਜਿਹੜੇ ਰਫੜ ਪਏ ਹੋਏ ਨੇ, ਜਿਹੜੇ ਮੰਤਰੀਆਂ ਨੂੰ ਕੱਢਣ ਦੀ ਗੱਲ ਪਹਿਲੇ ਹਰੀਸ਼ ਰਾਵਤ ਨਾਲ ਕੈਪਟਨ ਅਮਰਿੰਦਰ ਸਿੰਘ ਕਰਦੇ ਨੇ, ਬਾਅਦ ਚ ਉਹਨਾਂ ਨੂੰ ਮੁਕਰਨਾ ਪੈਂਦਾ ਹੈ, ਲੇਕਿਨ ਉਹਨਾਂ ਵਿੱਚੋਂ ਇਹਨਾਂ ਦੇ ਜਿਹੜੇ 2 ਮੰਤਰੀਆਂ ਦੀ ਗੱਲ ਕਰ ਰਹੇ ਆ, ਸ਼ਾਇਦ ਉਹਨਾਂ ਵਿੱਚੋਂ ਇੱਕ ਤੇ ਪੱਕਾ ਸੀਗਾ ਜਿਹਨੂੰ ਉਹ ਹਟਾ ਰਹੇ ਸੀਗੇ, ਤੇ ਇਹ 2 ਮਿਲ ਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਨਗੇ। ਬਟਾਲਾ ਤੇ ਇੱਕ ਬਹਾਨਾ ਹੈ, ਗੱਲ ਤੇ ਕੁਝ ਹੋਰ ਕਰਨੀ ਹੈ। ਜਿਹੜਾ ਤੁਸੀਂ ਮਾਲਵੇ ਦੇ ਫਰੀਦਕੋਟ ਦੇ MLA ਦੀ ਗੱਲ ਕੀਤੀ, ਵਾਕਈ ਉਹ ਸੂਤਰਧਾਰ ਬਣ ਕੇ ਇਸ ਕੇਸ ਦੇ ਵਿੱਚ ਉੱਭਰ ਰਹੇ ਨੇ। ਪਹਿਲੇ ਜਿਹੜਾ ਰਫੜ ਪਿਆ ਉਹਦੇ ਵਿੱਚ ਵੀ ਉਹ ਸੂਤਰਧਾਰ ਸੀਗੇ, ਤੇ ਹੁਣ ਜਿਹੜਾ ਸੁਲ੍ਹਾ ਸਫਾਈ ਦੀ ਗੱਲ ਹੈਗੀ ਹੈ, ਵਿਚੋਲੀਏ ਵਾਲੀ ਗੱਲ ਹੈਗੀ ਹੈ, ਉਹ ਵੀ ਰੋਲ ਉਹੀ ਅਦਾ ਕਰ ਰਹੇ ਨੇ। ਔਰ ਕਿੱਕੀ ਢਿੱਲੋਂ ਹੋਣਾ ਔਰ ਗੁਲਾਰੀਆ ਹੋਣਾ, ਇੱਕ KP ਸਿੰਘ ਉਹਨਾਂ ਨੂੰ ਥੋੜੇ ਦਿਨ ਪਹਿਲੇ ਮਿਲੇ ਵੀ ਨੇ, ਉਹਦੇ ਵਿੱਚ ਵੀ ਕੁਝ ਗੱਲਾਂ ਇੱਦਾਂ ਦੀ ਹੋਈ ਹੈ ਕਿ ਕੈਪਟਨ ਸਾਹਿਬ ਨੂੰ ਫਲੋਰ ਤੇ ਆਪਣਾ ਬਹੁਮਤ ਸਾਬਿਤ ਕਰਨ ਵਾਸਤੇ ਕਿਹਾ ਜਾਏ। ਇੰਨੀ ਸਾਰੀ ਗੱਲਾਂ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਤੁਸੀਂ ਇਹ ਪੈਚਅਪ ਦੇਖ ਸਕਦੇ ਹੋ। ਜਿਹੜਾ ਮੰਤਰੀਆਂ ਦਾ ਵਿਰੋਧ ਅਸੀਂ ਅੱਜ ਤੱਕ ਦੇਖ ਰਹੇ ਸੀਗੇ, ਉਹ ਮੰਤਰੀ ਵਿਰੋਧ ਛੱਡ ਕੇ ਹੁਣ ਇੱਕ ਤਰੀਕੇ ਨਾਲ ਫਿਕਸਅਪ ਮੈਚਅਪ ਇਹ ਵਾਲੀ ਰਾਜਨੀਤੀ ਕਰਨਾ ਚਾਹੁੰਦੇ ਨੇ। ਔਰ ਮੈਨੂੰ ਲੱਗਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੈਪਟਨ ਸਾਹਿਬ ਨੂੰ ਵੀ ਇਸ ਗੱਲ ਦੀ ਬਹੁਤ ਲੋੜ ਹੈ ਕਿ ਜਿਹੜੇ ਨਾਰਾਜ਼ ਹੋ ਗਏ ਨੇ ਉਹ ਕਿਸੇ ਨਾ ਕਿਸੇ ਜਗ੍ਹਾ ਮੇਰੇ ਖੇਮੇ 'ਚ ਵਾਪਿਸ ਆਣ। ਬੇਸਿਕਲੀ ਭਾਸਕਰ ਸਾਹਿਬ, ਜਦੋਂ ਕੱਲ ਸੈਸ਼ਨ ਦੀ ਸਮਾਪਤੀ ਹੁੰਦੀ ਹੈ ਤੇ ਸਿੱਧਾ ਤਾਜ ਹੋਟਲ ਦੇ ਵਿੱਚ ਧਮਕਦੇ ਆ ਇਹ ਸਾਰੇ ਵੱਡ ਆਕਾਰੀ ਲੀਡਰ। ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਦੁਆਲੇ ਜੰਮ ਘਟਾ ਸੀ, ਭਾਵੇਂ ਉਹ ਪ੍ਰਤਾਪ ਬਾਜਵਾ, ਫਤਿਹ ਜੰਗ, ਡਿੰਪਾ ਜੀ ਔਰ ਔਜਲਾ, ਗੁਰਜੀਤ ਔਜਲਾ ਜਾਂ ਬਾਕੀ ਸਾਰੇ। ਔਰ ਉਹ ਜਿਹੜਾ ਜੰਮ ਘਟਾ ਸੀ ਇਹ ਕਦੇ ਇਹਨਾਂ ਵਜ਼ੀਰਾਂ ਦਾ ਹੁੰਦਾ ਸੀ। ਮੈਨੂੰ ਤਾਂ ਇਹ ਵੀ ਯਾਦ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਕਸਰ ਸੁਖਜਿੰਦਰ ਰੰਧਾਵਾ ਵੀ ਕ੍ਰਿਟਿਸਾਈਜ਼ ਕਰ ਦਿੰਦੇ ਹੁੰਦੇ ਸੀ ਕੈਬਨਿਟ ਦੀਆਂ ਮੀਟਿੰਗਾਂ 'ਚ, ਤੇ ਅਦਰਵਾਈਜ਼ ਵੀ, ਕਿਉਂਕਿ ਤ੍ਰਿਪਤ ਰਜਿੰਦਰ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੀ ਹੀ ਤਰਜਮਾਨੀ ਕਰਦੇ ਸੀਗੇ ਔਰ ਬਹੁਤ ਵਾਰੀ ਉਹਨਾਂ ਦੀ ਐਡਵੋਕੇਸੀ ਕਰਨ ਲੱਗ ਜਾਂਦੇ ਸੀ, ਇਹਨਾਂ ਨੂੰ ਵਿੱਚ ਕੱਟ ਵੀ ਦਿੰਦੇ ਸੀ। ਸੋ ਸੁਖਜਿੰਦਰ ਸਿੰਘ ਰੰਧਾਵਾ ਤਲਖ ਵੀ ਹੋ ਜਾਂਦੇ ਸੀ। ਲੇਕਿਨ ਫਿਰ ਇੱਕ ਪੁਰਾਣੀ ਜਿਹੜੀ ਉਸ ਏਰੀਏ ਤੋਂ ਲੋਕ ਆਉਂਦੇ, ਉਹ ਕਹਿੰਦੇ ਜੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਹੁਤ ਮੁਲਾਪੜੇ ਤੇ ਸ਼ਰੀਫ ਕਿਸਮ ਦੇ ਇਨਸਾਨ ਸਮਝੇ ਜਾਂਦੇ ਸੀ, ਲੇਕਿਨ ਹੌਲੀ ਹੌਲੀ ਤਾਕਤ ਔਰ ਕਈ ਚੀਜ਼ਾਂ ਨਾਲ ਉਹ ਅਖੜਪੁਣਾ ਉਹਨਾਂ ਦੇ ਵਿੱਚ ਆਉਣ ਲੱਗ ਗਿਆ। ਉਹਨਾਂ ਦੇ ਹਲਕੇ ਦੇ ਲੋਕ ਵੀ ਮਹਿਸੂਸ ਕਰਨ ਲੱਗ ਪਏ ਕਿ ਉਹਨਾਂ ਦੇ ਸੁਭਾਅ 'ਚ ਤਬਦੀਲੀ ਆ ਰਹੀ ਹੈ। ਲੇਕਿਨ ਉਸ ਤੋਂ ਬਾਅਦ ਜੋ ਚੀਜ਼ਾਂ ਵਾਪਰਦੀਆਂ ਉਹ ਹੁਣ ਜਿੱਦਾਂ ਸਾਹਮਣੇ ਆ ਰਹੀਆਂ ਕਿ ਇੱਕ ਬੰਨੇ ਪੂਰੇ ਦੇ ਪੂਰੇ ਮਾਝੇ ਦੇ ਇਹਨਾਂ 3 ਵਜ਼ੀਰਾਂ ਤੋਂ ਬਿਨਾਂ ਬਾਕੀ ਸਾਰੇ ਦੇ ਸਾਰੇ ਕੈਪਟਨ ਦੁਆਲੇ ਇਕੱਠੇ ਹੋ ਗਏ। ਪਹਿਲਾਂ ਇਹ 3 ਇਕੱਠੇ ਸੀ ਤੇ ਬਾਕੀ ਆਊਟਸਾਈਡ ਤੇ ਸੀਗੇ, ਬਾਹਰੋਂ ਖਲੋ ਕੇ ਝਾਤੀਆਂ ਮਾਰਦੇ ਸੀ। ਸੋ ਹੁਣ ਜਿਹੜੀ ਇਹ ਰਾਜਨੀਤੀ ਹੋ ਰਹੀ ਆ, ਮੇਰੇ ਕੋਲ ਇਹ ਪੁਖਤਾ ਤੱਥ ਨੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੁਝ ਲੋਕ ਵਿਚੋਲੀਏ ਦਾ ਕੰਮ ਕਰ ਰਹੇ ਆ, ਔਰ ਹਾਲਾਂਕਿ ਇਹ ਨਾ ਕੀਤੀ ਗਈ ਹੁਣ ਤੱਕ ਕੋਈ ਮੀਟਿੰਗ ਨਹੀਂ ਹੋਈ, ਲੇਕਿਨ 99% ਇਸ ਤਰ੍ਹਾਂ ਦੀ ਖਬਰ ਹੈ ਕਿ 2 ਮੰਤਰੀ ਜਿਨ੍ਹਾਂ ਦੇ ਵਿੱਚੋਂ ਇੱਕ ਅੱਜ ਜਿਹਨੇ ਚਿੱਠੀ ਲਿਖੀ ਆ ਉਹ 2 ਮੰਤਰੀਆਂ ਦੀ ਕੋਈ ਮੀਟਿੰਗ ਕਿਤੇ ਛੁਪ ਕੇ ਜਾਂ ਚੋਰੀ ਛਿਪੇ ਹੋ ਚੁੱਕੀ ਆ। ਅਦਰਵਾਈਜ਼ 1-2 ਦਿਨ 'ਚ ਇਹਨਾਂ 2 ਵਜ਼ੀਰਾਂ ਦੀ ਮੀਟਿੰਗ ਹੋ ਸਕਦੀ ਆ। ਮੁੱਖ ਮੰਤਰੀ ਦਾ ਕੈਂਪ ਜਾਂ ਮੁੱਖ ਮੰਤਰੀ ਦੇ ਨੇੜਲੇ ਸਰੋਤ ਵੀ ਇਹ ਪੁਖਤਾ ਕਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ 2 ਮੰਤਰੀਆਂ ਨੂੰ ਸੌਖਿਆਂ ਹੀ ਲੈ ਲੈਣਾ ਚਾਹੁੰਦੇ, ਨਾਲ ਅੱਗੇ ਤੋਰਨਾ ਚਾਹੁੰਦੇ, ਲੇਕਿਨ 2 ਮੰਤਰੀਆਂ ਨਾਲ ਉਹਨਾਂ ਦਾ 36 ਦਾ ਅੰਕੜਾ ਬਰਕਰਾਰ ਹੈ। ਅਜੇ ਤੱਕ ਉੱਥੇ ਗੱਲ ਜਿਹੜੀ ਲਚਕਦਾਰ ਨਹੀਂ ਬਣੀ। ਲੇਕਿਨ ਮੈਂ ਇੱਥੋਂ ਥੋੜਾ ਜਿਹਾ ਅੱਗੇ ਜਾਊਂਗਾ ਕਿਉਂਕਿ ਮੈਂ ਉਸ ਇਲਾਕੇ ਤੋਂ ਆਉਣਾ ਹੈ। ਮੈਂ ਖਾਸ ਤੌਰ ਤੇ ਬਟਾਲਾ ਔਰ ਗੁਰਦਾਸਪੁਰ, ਕਿਉਂਕਿ ਬਟਾਲਾ ਜਿਹੜਾ ਉਹ ਰੈਵਨਿਊ ਡਿਸਟ੍ਰਿਕਟ ਨਹੀਂ ਹੈ, ਗੁਰਦਾਸਪੁਰ ਰੈਵਨਿਊ ਡਿਸਟ੍ਰਿਕਟ ਹੈ, ਬਟਾਲਾ ਪੁਲਿਸ ਜ਼ਿਲ੍ਹਾ ਹੈ ਜਿਹਨੂੰ ਹੁਣ ਰੈਵਨਿਊ ਜ਼ਿਲ੍ਹਾ ਬਣਾਉਣ ਲਈ ਇਹਨਾਂ ਨੇ ਦਰਖਾਸਤ ਕੀਤੀ ਹੈ। ਜਿਹੜਾ ਗੁਰਦਾਸਪੁਰ ਹੈ ਉਹਦੇ ਨਾਲ ਤਹਿਸੀਲ ਬਟਾਲਾ ਵੀ ਲੱਗਦੀ ਆ, ਉਹਦੇ ਨਾਲ ਕਾਦੀਆਂ, ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਔਰ ਕਲਾਨੌਰ ਵਰਗੇ ਇਲਾਕੇ ਲੱਗਦੇ ਆ। ਮੰਨ ਲਓ ਜੇ ਬਟਾਲਾ ਬਣਾਇਆ ਜਾਂਦਾ, ਉਹਦੇ ਨਾਲ ਕਾਦੀਆਂ ਜੋੜਤਾ ਜਾਂਦਾ, ਹਰਗੋਬਿੰਦਪੁਰ ਜੋੜਤਾ ਜਾਂਦਾ, ਫਤਿਹਗੜ੍ਹ ਚੂੜੀਆਂ ਔਰ ਡੇਰਾ ਬਾਬਾ ਨਾਨਕ ਜੋੜਤੇ ਜਾਂਦੇ ਆ, ਤਾਂ ਫਿਰ ਗੁਰਦਾਸਪੁਰ ਜ਼ਿਲ੍ਹੇ 'ਚ ਕੀ ਬਚੂਗਾ? ਤੁਸੀਂ ਬੜੀ ਸੋਹਣੀ ਮੰਗ ਰੱਖੀ ਹੈ। ਵਾਕਈ ਜਦੋਂ ਪੂਰੀ ਦੁਨੀਆ ਦਾ ਧਿਆਨ ਡੇਰਾ ਬਾਬਾ ਨਾਨਕ ਤੇ ਕੇਂਦਰਤ ਆ,
ਜਦੋਂ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਕੋਰੀਡੋਰ ਚੱਲਣਾ ਹੈ, ਜਦੋਂ ਬਹੁਤ ਸਾਰੀ ਸੰਗਤ ਨੇ ਵੀ ਆਉਣਾ, ਉੱਥੇ ਇੱਕ ਆਈਐਸ ਤੇ ਇੱਕ ਆਈਪੀਐਸ ਅਫੀਸਰ ਬਹੁਤ ਜ਼ਰੂਰੀ ਲੋੜੀਂਦੇ ਹੋਣਗੇ, ਤਾਂ ਕੀ ਮੁਸ਼ਕਲ ਆ ਕਿ ਤੁਸੀਂ ਭੂਗੋਲਿਕ ਪੱਖ ਦਰਕਨਾਰ ਕਰਕੇ ਤੁਸੀਂ ਉਹਨੂੰ ਜ਼ਿਲ੍ਹਾ ਬਣਾਓ, ਉਹਨੂੰ ਰੈਵਨਿਊ ਡਿਸਟ੍ਰਿਕਟ ਬਣਾਓ, ਉੱਥੇ ਡੀਸੀ ਵੀ ਬਿਠਾਓ, ਉੱਥੇ ਅਮਲਾ ਫੈਲਾ ਵੀ ਬਿਠਾਓ। ਉਹਦੀ ਤਰੱਕੀ ਦੇ ਨਾਲ ਤੁਹਾਡੇ ਕੋਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਇੱਕ ਬਹੁਤ ਬਿਹਤਰ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਹੀ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ, ਸੁਖਜਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਵੀ ਬੜੇ ਚੰਗੇ ਸ਼ਬਦਾਂ 'ਚ ਆਊਗਾ। ਡੇਰਾ ਬਾਬਾ ਨਾਨਕ ਨੂੰ ਜ਼ਿਲ੍ਹਾ ਬਣਾਉਣ ਨਾਲ ਤੁਹਾਨੂੰ ਭਾਰਤ ਸਰਕਾਰ ਮਦਦ ਦੇ ਸਕਦੀ ਆ, ਔਰ ਮੈਨੂੰ ਇੰਜ ਲੱਗਦਾ ਹੈ ਕਿ ਜ਼ਿਲ੍ਹੇ ਬਣਾਉਣ ਦੀ ਰਾਜਨੀਤੀ ਦੇ ਵਿੱਚ ਜੇ ਸਭ ਤੋਂ ਬਿਹਤਰ ਕੋਈ ਜਗ੍ਹਾ ਹੈ ਤੇ ਉਹ ਡੇਰਾ ਬਾਬਾ ਨਾਨਕ ਬਣਦੀ ਆ। ਗੁਰੂ ਨਾਨਕ ਨੂੰ ਸਮਰਪਿਤ ਹੋ ਜਾਓਗੇ, ਗੁਰੂ ਨਾਨਕ ਦੇ ਇਸ ਕੋਰੀਡੋਰ ਨੂੰ, ਸਿੱਖਾਂ ਦੇ ਜਨਮ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਨੂੰ ਇੱਕ ਤੋਹਫਾ ਹੋਊਗਾ ਇਸ ਸਰਕਾਰ ਦਾ ਜਾਂਦੀ ਵਾਰ ਦਾ। ਲੇਕਿਨ ਗੱਲ ਤਾਂ ਜੇ ਮੰਗਾ ਮੁੰਗਾਂ ਦੀ ਹੋਵੇ ਵੱਖਰੀ ਆ, ਕਿਤੇ ਇੰਜ ਤਾਂ ਨਹੀਂ ਕਿ ਜੱਫੀ ਪਾਉਣ ਦਾ ਇਰਾਦਾ ਹੈ, ਕਿਤੇ ਇੰਜ ਤਾਂ ਨਹੀਂ ਟੁੱਟੇ ਰਿਸ਼ਤਿਆਂ ਨੂੰ ਮੁੜ ਗੰਢਣ ਦਾ ਇਰਾਦਾ। ਜਦੋਂ ਗੈਰ ਰਸਮੀ ਗੱਲਬਾਤ ਚੱਲੂਗੀ, ਦੂਰ ਤਲਕ ਜਾਊਗੀ, ਫਿਰ ਹੋ ਸਕਦਾ ਕਿ ਇੱਕ ਫੋਟੋ ਸਾਂਝੀ ਆਵੇ, ਉਹ ਫੋਟੋ ਸਾਂਝੀ ਬਹੁਤ ਨੇੜੇ ਨੇੜਿਆਂ ਦੀ ਆਵੇ ਤੇ ਫਿਰ ਕਿਤੇ ਹੋਰ ਦੂਰੀਆਂ ਵਧਣ ਲੱਗ ਪੈਣ। ਕੋਈ ਟਿੱਪਣੀ ਦੇ ਦਿਓ। ਬਿਲਕੁਲ। ਦੇਖੋ ਰੰਧਾਵਾ ਜੀ, ਤੁਸੀਂ ਜਿੰਨੀ ਵੀ ਗੱਲਾਂ ਕੀਤੀ, ਡੇਰਾ ਬਾਬਾ ਨਾਨਕ ਨੂੰ ਕੀ ਇੰਪੋਰਟੈਂਸ ਮਿਲਣੀ ਹੈ, ਅਸੀਂ ਵੀ ਸਮਝਦੇ ਹਾਂ, ਤੁਸੀਂ ਵੀ ਸਮਝਦੇ ਹੋ, ਪਰ ਇਸ ਚਿੱਠੀ ਦੇ ਵਿੱਚ ਸਿਰਫ ਬਟਾਲੇ ਦਾ ਨਾਂ ਹੀ ਕਿਉਂ ਲਿੱਤਾ ਗਿਆ? ਉਹਦਾ ਜ਼ਿਕਰ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵੀ ਕਰ ਚੁੱਕੇ ਹਾਂ ਕਿ ਬਟਾਲੇ ਦੇ ਉੱਤੇ ਕਈ ਲੋਕਾਂ ਦੀ ਅੱਖ ਹੈ। ਕਦੀ ਬਾਜਵੇ ਭਾਰੀ ਹੋ ਜਾਂਦੇ ਆ, ਇੱਕ ਦੂਜੇ ਸ਼ਰੀਕ ਬਾਜਵੇ ਥੱਲੇ ਹੋ ਜਾਂਦੇ ਨੇ। ਹੁਣ ਬਟਾਲੇ ਦੇ ਵਾਸਤੇ ਇਹ ਮੰਗ ਰੇਜ਼ ਕਰਕੇ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਆਪਣਾ ਰਾਜਨੀਤਿਕ ਆਧਾਰ ਹੋਰ ਸਟਰੋਂਗ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਵੀ ਮੈਂ ਤੇ ਮੰਗ ਕੀਤੀ ਸੀਗੀ, ਮੁੱਖ ਮੰਤਰੀ ਨੇ ਨਹੀਂ ਮੰਨੀ। ਦੂਜੀ ਗੱਲ, ਬਟਾਲੇ ਦੇ ਬਹਾਨੇ ਜੇ ਇਸ ਨੂੰ ਡਿਸਟ੍ਰਿਕਟ ਬਣਾਇਆ ਜਾਂਦਾ ਹੈ ਤੇ ਉਹਦਾ ਕ੍ਰੈਡਿਟ ਵੀ ਲੈਣ ਦੀ ਕੋਸ਼ਿਸ਼ ਕਰਨਗੇ ਉਹ ਤ੍ਰਿਪਤ ਰਜਿੰਦਰ ਬਾਜਵਾ, ਕਿਉਂਕਿ ਤ੍ਰਿਪਤ ਰਜਿੰਦਰ ਬਾਜਵਾ ਰਾਜਨੀਤਿਕ ਤੌਰ ਤੇ ਇਹ 4 ਬਾਗੀ ਮੰਤਰੀਆਂ ਦੇ ਵਿੱਚੋਂ ਸਭ ਤੋਂ ਕਮਜ਼ੋਰ ਨਜ਼ਰ ਆਉਂਦੇ ਨੇ। ਔਰ ਇਹ ਮੰਨਿਆ ਜਾਂਦਾ ਹੈ ਕਿ ਤ੍ਰਿਪਤ ਰਜਿੰਦਰ ਬਾਜਵਾ ਨੂੰ ਪੋਲੀਟੀਕਲ ਨੁਕਸਾਨ ਇਸ ਸਾਰੇ ਰਫੜ ਦਾ ਸਭ ਤੋਂ ਜ਼ਿਆਦਾ ਹੋਇਆ। ਸੁਖੀ ਰੰਧਾਵਾ ਨੂੰ ਬਹੁਤਾ ਨੁਕਸਾਨ ਨਹੀਂ ਹੋਇਆ। ਚੰਨੀ ਉਹਨਾਂ ਦੇ ਕੋਈ ਕੇਸ-ਕਾਸ ਚੱਲਦੇ ਸੀ, ਉਹ ਲਟਕੇ ਹੋਏ ਨੇ। ਸੁਖ ਸਰਕਾਰੀਆ ਉਹਨਾਂ ਉਹ ਦੋਨੋਂ ਪਾਸੇ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਰਿਆਂ ਨੂੰ ਪਤਾ ਹੈ ਜਿਹੜਾ ਉਹ GNDU ਦਾ ਪ੍ਰੋਗਰਾਮ ਸੀਗਾ, ਕਿਸ ਤਰੀਕੇ ਨਾਲ ਉਹ ਉੱਠ ਕੇ ਮੁੱਖ ਮੰਤਰੀ ਦੇ ਕੰਨ 'ਚ ਕੁਝ ਕਹਿੰਦੇ ਨੇ। ਔਰ ਕੋਈ ਵੱਡੀ ਗੱਲ ਨਹੀਂ, ਉਹਨਾਂ ਦਾ ਪੰਗਾ ਤੇ ਸਿਰਫ ਇੱਕ ਮੁੱਦੇ ਤੇ ਹੈਗਾ, ਜੋ ਤੁਹਾਨੂੰ ਵੀ ਪਤਾ ਹੈ ਕਿ ਵੀ ਇੱਕ ਅਫਸਰ ਨੂੰ ਲੈ ਕੇ ਉਹਨਾਂ ਦੀ ਲੜਾਈ ਸ਼ੁਰੂ ਹੋਈ ਸੀ ਔਰ ਉਸ ਅਫਸਰ ਦੀ ਲੜਾਈ ਤੱਕ ਹੀ ਸੀਮਿਤ ਰਹਿ ਗਈ। ਉਸ ਤੋਂ ਉੱਤੇ ਦੀ ਲੜਾਈ ਅਗਰ ਸੁਖ ਸਰਕਾਰੀਆ ਨੂੰ ਵੀ ਪੁੱਛ ਲਿਆ ਜਾਏ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਤੁਹਾਡੇ ਜਾਂ ਤੁਹਾਡੇ ਮਹਿਕਮੇ ਦੇ ਇੱਦਾਂ ਦੇ ਕਿਹੜੇ ਕੰਮ ਨਹੀਂ ਕੀਤੇ ਜਿਹਦੇ ਕਰਕੇ ਤੁਸੀਂ ਇੰਨੇ ਨਾਰਾਜ਼ ਹੋ ਗਏ ਕਿ ਕੈਪਟਨ ਸਾਹਿਬ ਦੀ ਬਰਖਾਸਤਗੀ ਦੀ ਤੁਸੀਂ ਮੰਗ ਤੱਕ ਕਰ ਲਈ। ਅੱਛਾ, ਉੱਥੇ ਮੈਂ ਇੱਕ ਚੀਜ਼ ਸ਼ਾਮਲ ਕਰ ਦਿਆਂ ਕਿ ਜਿਹੜੀ ਅਫਸਰਸ਼ਾਹੀ ਨਾਲ ਲੜਾਈ ਸੀ ਉਹ ਵੀ ਕਦੋਂ ਦੀ ਖਤਮ ਹੋ ਚੁੱਕੀ ਹੈ, ਬਹੁਤ ਪਿੱਛੇ ਚਲੇ ਗਈ ਆ। ਔਰ ਮੇਰੇ ਕੋਲ ਜਿਹੜੇ ਇਸ ਤਰ੍ਹਾਂ ਦੀਆਂ ਕਨਸੋਵਾਂ ਨੇ ਕਿ ਉਹਨਾਂ ਅਫਸਰਾਂ ਨਾਲ ਤਾਂ ਇਹ ਲਗਾਤਾਰ ਰਾਬਤੇ 'ਚ ਨੇ, ਇਹ ਮਿਨਿਸਟਰ ਕੰਮਕਾਜ ਲਈ ਇੱਕ ਦੂਜੇ ਨਾਲ ਜੁੜੇ ਹੋਏ ਆ ਔਰ ਉਹ ਤਾਂ ਕਦੋਂ ਦੀਆਂ ਦੂਰ ਚਲੇ ਗਈਆਂ, ਲੇਕਿਨ ਦੂਰੀਆਂ ਕਿਤੇ ਹੋਰ ਵੱਧ ਗਈਆਂ। ਮੁੱਖ ਮੰਤਰੀ ਕੈਂਪ 'ਚੋਂ ਇਹ ਬਾਹਰ ਹੋ ਗਏ, ਕੁਝ ਨਵੇਂ ਲੋਕ ਅੰਦਰ ਆ ਗਏ। ਹੁਣ ਇਹ ਅੰਦਰ ਬਾਹਰ ਦੀ ਰਾਜਨੀਤੀ ਦੇ ਵਿੱਚ ਸੱਤਾ ਜਿਹੜੀ ਹੈ, ਕਿਉਂਕਿ ਸਭ ਤਾਂ ਗੱਲ ਤਾਂ ਉਹੀ ਹੈ ਨਾ ਬੋਤਲ ਦੇ ਜਿੰਨ ਵਾਲੀ, ਕਿ ਸੱਤਾ ਦੇ ਅੰਦਰ ਸਭ ਦੀ ਜਾਨ ਆ ਤੇ ਸੱਤਾ ਜੇ ਪਾਸੇ ਹੁੰਦੀ ਆ ਤੇ ਇਹ ਜਿਹੜਾ ਫੜਫੜਾਉਣਾ ਆ ਉਹ ਚੱਲਦਾ ਰਹਿੰਦਾ। ਬਿਲਕੁਲ ਠੀਕ ਕਹਿ ਰਹੇ ਹੋ। ਔਰ ਅਸੀਂ ਸੁਖ ਸਰਕਾਰੀਆ ਉਹਨਾਂ ਦੀ ਜਦ ਗੱਲ ਕਰਦੇ ਹਾਂ ਤੇ ਇਹ ਗੱਲ ਧਿਆਨ ਰੱਖੋ ਕਿ ਉਹ ਹਮੇਸ਼ਾ ਤੋਂ ਉਹਨਾਂ ਦੀ ਉਹ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਹੈ ਜਿਹੜੇ ਕਦੀ ਖੁੱਲ ਕੇ ਪੰਗਾ ਤੱਕ ਨਹੀਂ ਲੈਂਦੇ। ਪਰ ਇਸ ਸਾਰੇ ਰਫੜ ਦੇ ਵਿੱਚ ਜਿਸ ਤਰੀਕੇ ਨਾਲ ਉਹ ਰਾਣਾ KP ਸਿੰਘ ਨੂੰ ਮਿਲਦੇ ਨੇ ਔਰ ਉਹਦੇ ਵਿੱਚ ਇੱਕੋ ਹੀ ਮੰਤਰੀ ਹੁੰਦੇ ਨੇ ਉਸ ਡੈਲੀਗੇਸ਼ਨ ਦੇ ਵਿੱਚ ਜਿਹੜੇ ਰਾਣਾ KP ਨੂੰ ਮਿਲ ਕੇ ਇਸ ਗੱਲ ਦੀ ਮੰਗ ਕਰਦੇ ਨੇ ਕਿ ਕੈਪਟਨ ਸਾਹਿਬ ਫਲੋਰ ਦੇ ਉੱਤੇ ਆਪਣਾ ਬਹੁਮਤ ਸਾਬਿਤ ਕਰਨ ਵਾਸਤੇ। ਨਹੀਂ, ਇਹ ਜਨਤਕ ਤੌਰ ਤੇ ਸਾਹਮਣੇ ਨਹੀਂ ਆਈ। ਮੇਰਾ ਖਿਆਲ ਇਹ ਤਾਂ ਆਪਾਂ ਕਿਆਸ ਰਾਈਆਂ ਲਾ ਸਕਦੇ, ਸ਼ਾਇਦ ਇਹ ਮੰਗ ਨਾ ਵੀ ਕੀਤੀ ਹੋਵੇ। ਤੁਹਾਨੂੰ ਲੱਗਦਾ ਹੀ ਹੋਈ? ਇਹ ਗੱਲਾਂ ਤੇ ਸੂਤਰ ਬੇਸਡ ਹੈ ਔਰ ਇਹ ਗੱਲ ਸਹੀ ਵੀ ਹੈਗੀ ਹੈ, ਕਿਉਂਕਿ ਕ੍ਰਾਸ ਚੈੱਕ ਕਰਨ ਤੋਂ ਬਾਅਦ ਇਹ ਗੱਲ ਸਹੀ ਪਾਈ ਗਈ ਕਿ ਕਿਸੇ ਨਾ ਕਿਸੇ ਜਗ੍ਹਾ ਉਹ ਡੈਲੀਗੇਸ਼ਨ ਜਿਹੜਾ ਰਾਣਾ KP ਸਾਹਿਬ ਨੂੰ ਮਿਲਿਆ ਸੀਗਾ ਉਹਦੇ ਵਿੱਚ ਸੁਖ ਸਰਕਾਰੀਆ ਸੀਗੇ ਔਰ ਉਹਨਾਂ ਨੇ ਹੀ ਫਲੋਰ ਦੇ ਵਿੱਚ ਜਿਹੜਾ ਟੈਸਟ ਕਰਾਉਣ ਦੀ ਗੱਲ ਵੀ ਉਹਨਾਂ ਨੇ ਸਪੀਕਰ ਸਾਹਿਬ ਤੋਂ ਇੱਕ ਰਿਕੁਐਸਟ ਕੀਤੀ ਸੀਗੀ। ਚਲੋ ਉਹ ਗੱਲ ਤੇ ਹੋ ਗਈ। ਉਸ ਤੋਂ ਪਹਿਲੇ ਵੀ ਤੇ HR ਮੰਤਰੀ ਖੁੱਲ੍ਹ ਕੇ ਸਾਹਮਣੇ ਆ ਕੇ ਇਹ ਗੱਲ ਕਹਿੰਦੇ ਸੀ ਵੀ ਸਾਨੂੰ ਇੱਦਾਂ ਦਾ ਮੁੱਖ ਮੰਤਰੀ ਨਹੀਂ ਚਾਹੀਦਾ ਜਿਹੜਾ ਲੋਕਾਂ ਦੇ ਕੰਮ ਨਹੀਂ ਕਰ ਸਕਦਾ, ਜਿਹੜੇ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵੱਡੇ ਪ੍ਰੋਮਿਸਿਸ ਨੂੰ ਹਜੇ ਤੱਕ ਪੂਰਾ ਨਹੀਂ ਕੀਤਾ ਔਰ ਨਾ ਹੀ ਸਾਨੂੰ ਕੋਈ ਉਮੀਦ ਹੈ ਕਿ ਅਗਲੇ 5-6 ਮਹੀਨੇ ਦੇ ਵਿੱਚ ਇਹ ਮੁੱਖ ਮੰਤਰੀ ਇੱਦਾਂ ਦੇ ਕੋਈ ਕੰਮ ਕਰ ਸਕਦਾ ਹੈ। ਪਰ ਉਸ ਗੱਲਾਂ ਨੂੰ ਛੱਡ ਕੇ, ਯਾਨੀ ਅੱਜ ਦੀ ਚਿੱਠੀ ਜਿਹੜੀ ਬਟਾਲੇ ਦੇ ਮੁੱਦੇ ਤੇ ਲਿਖੀ ਗਈ, ਸ਼ਾਇਦ ਇਹ 4 ਮੰਤਰੀ ਅਗਰ ਉਹਨਾਂ ਗੱਲਾਂ ਦਾ ਵੀ ਜ਼ਿਕਰ ਇਸ ਲੈਟਰ ਦੇ ਵਿੱਚ ਕਰਦੇ ਤੇ ਜਿਹੜੀ ਅਟਕਲਾਂ ਜਾਂ ਜਿਹੜੀ ਗੱਲਾਂ ਅਸੀਂ ਕਰ ਰਹੇ ਹਾਂ ਕਿ ਵੀ ਇਹ ਪੈਚਅਪ ਦੀ ਵੀ ਇੱਕ ਐਕਸਰਸਾਈਜ਼ ਹੋ ਸਕਦੀ ਹੈ,
ਉਸ ਗੱਲ ਨੂੰ ਅਸੀਂ ਸੋਚ ਵੀ ਨਹੀਂ ਸਕਦੇ ਸੀ, ਕਿਉਂਕਿ ਅਗਰ ਗੱਲਾਂ ਉਹੀ ਰਿਪੀਟ ਹੁੰਦੀ ਕਿ ਸਾਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਹੈਗਾ, ਤੁਸੀਂ ਬੇਅਦਬੀਆਂ ਦੇ ਮੁੱਦੇ ਤੇ ਕੀ ਕੀਤਾ, ਡਰੱਗ ਦੇ ਮੁੱਦੇ ਤੇ ਕੀ ਕੀਤਾ, PPA ਐਗਰੀਮੈਂਟ ਨੂੰ ਰੱਦ ਕਰਨ ਵਾਸਤੇ ਤੁਸੀਂ ਕਿੱਦਾਂ ਮਨਾ ਕਰ ਸਕਦੇ ਹੋ ਕਿ ਸਾਰੇ ਰੱਦ ਨਹੀਂ ਹੋ ਸਕਦੇ, ਉਹ ਮੁੱਦੇ ਕਿਸੇ ਇਸ ਲੈਟਰ ਦੇ ਵਿੱਚ ਨਜ਼ਰ ਨਹੀਂ ਆਏ। ਸਿਰਫ ਬਟਾਲੇ ਨੂੰ ਡਿਸਟ੍ਰਿਕਟ ਬਣਾਉਣ ਦੀ ਗੱਲ ਕੀਤੀ। ਇਹ ਇੱਕ ਪਰਸਨਲਾਈਜ਼ਡ ਪੋਲਿਟਿਕਸ ਹੈਗੀ ਹੈ। ਬਟਾਲੇ ਨੂੰ ਆਪਣੀ ਰਾਜਨੀਤਿਕ ਜ਼ਮੀਨ ਬਣਾਏ ਰੱਖਣ ਵਾਸਤੇ ਇਹ ਇੱਕ ਕਵਾਇਦ ਜ਼ਰੂਰ ਚਲੀ ਗਈ। ਨਾਲ ਦੇ ਨਾਲ ਕੈਪਟਨ ਸਾਹਿਬ ਦੇ ਕੰਨਾਂ ਦੇ ਵਿੱਚ ਕੁਝ ਗੱਲਾਂ ਇੱਦਾਂ ਦੀ ਵੀ ਹੋ ਜਾਣ ਜਿਹਦੇ ਵਿੱਚੋਂ ਨਾਰਾਜ਼ਗੀਆਂ ਦੂਰ ਹੋ ਜਾਣ, ਕਿਉਂਕਿ ਅੱਗੇ ਚੱਲ ਕੇ ਊਂਟ ਕਿਸ ਕਰਵਟ ਬਹਿੰਦਾ ਹੈ, ਇਹਦਾ ਕਨਫਿਊਜ਼ਨ ਕਾਂਗਰਸ ਜਾਂ ਕਾਂਗਰਸੀਆਂ ਦੇ ਵਿੱਚ ਬੜਾ ਜ਼ਬਰਦਸਤ ਬੈਠਾ ਹੋਇਆ ਹੈ ਤੇ ਉਹ ਚਾਹੁੰਦੇ ਨੇ ਕਿ ਊਂਟ ਜਿੱਥੇ ਮਰਜ਼ੀ ਬੈਠੇ, ਅਸੀਂ ਦੋਨੋਂ ਜਗ੍ਹਾ ਨਜ਼ਰ ਆਈਏ। ਇਹ ਇੱਕ ਕਵਾਇਦ ਜ਼ਰੂਰ ਹੈ ਇਸ ਲੈਟਰ ਦੇ ਜ਼ਰੀਏ। ਦੇਖੋ, ਇਹ 'ਚ ਕੋਈ ਦੋ ਰਾਵਾਂ ਨਹੀਂ, ਜਿਹੜੀ ਬਿਲਕੁਲ ਸਿਆਸਤ ਦੀ ਮੁੱਖ ਧਾਰਾ ਹੈ, ਖਾਸ ਤੌਰ ਤੇ ਕਾਂਗਰਸੀ ਕਲਚਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਡਾਇਰੈਕਸ਼ਨ ਦਿੱਤੀ ਗਈ ਕਿ ਇਲੈਕਸ਼ਨ ਆ ਰਹੀ ਆ, ਕਾਂਗਰਸ ਤੇ ਨੁਕਸਾਨ ਹੋ ਰਹੇ ਸਰਵੇ ਦੱਸ ਰਹੇ ਆ, ਤੁਸੀਂ ਜਾ ਕੇ ਉਹਨੂੰ ਇਕੱਠਾ ਕਰੋ, ਸੰਗਠਨ ਚਲਾਓ, ਮੁੱਖ ਮੰਤਰੀ ਨੂੰ ਆਪਣਾ ਕੰਮ ਕਰਨ ਦਿਓ, ਜਿਹੜੇ ਮੁੱਦੇ ਆ ਅਸੀਂ ਹੱਲ ਕਰਾ ਕੇ ਦੇਵਾਂਗੇ, ਬਹੁਤਾ ਫਿਕਰ ਕਰਨ ਦੀ ਲੋੜ ਨਹੀਂ। ਜੇ ਸਥਿਤੀ ਐਸੀ ਬਣ ਗਈ ਆ ਤੇ ਜੇ ਨਵਜੋਤ ਸਿੰਘ ਸਿੱਧੂ ਨੇ ਇਹ ਮੰਤਰੀਆਂ ਨਾਲ ਡਿਸਕਸ ਕੀਤਾ ਕਿ ਉੱਪਰ ਵਾਲੇ ਹੁਣ ਸੁਣਨ ਲਈ ਤਿਆਰ ਨਹੀਂ ਹੈ, ਇਲੈਕਸ਼ਨ ਤੱਕ ਸਾਨੂੰ ਸਟੇਟਸ ਕੋ ਦੇ ਵਿੱਚ ਹੀ ਚੱਲਣਾ ਪੈਣਾ, ਤਾਂ ਮੇਰਾ ਖਿਆਲ ਇਹ ਵੀ ਸੋਚਦੇ ਹੋਣਗੇ ਕਿ ਸੱਤਾ ਤੋਂ ਬਹੁਤੀ ਦੂਰੀ ਬਣਾ ਕੇ ਖੱਟਣਾ ਕੀ ਹੈ। ਖੈਰ, ਇਹ ਤਾਂ ਅਗਲੇ ਦਿਨਾਂ 'ਚ ਦੇਖਿਆ ਜਾਊਗਾ, ਲੇਕਿਨ ਇਹਦੇ ਤੁਸੀਂ ਠੀਕ ਕਹਿ ਰਹੇ ਹੋ ਕਿ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਇੱਕ ਬੈਲੈਂਸਡ ਪਰਸਨੈਲਿਟੀ ਵਜੋਂ ਸੀਗੇ। ਉਹ ਬਹੁਤਾ ਕਿਸੇ ਨਾਲ ਨਾ ਕਿਸੇ ਨਾਲ ਉੱਚੀ ਨੀਵੀਂ ਕਰਦੇ ਸੀ, ਨਾ ਸਹਿੰਦੇ ਸੀ, ਚੁੱਪ ਕਰਕੇ ਆਪਣਾ ਕੰਮ ਕਰਦੇ ਸੀ ਔਰ ਸ਼ਾਂਤਮਈ ਮਿਨਿਸਟਰੀ ਚਲਾਉਂਦੇ ਰਹੇ। ਲੇਕਿਨ ਉਹਨਾਂ ਦਾ ਧੜੇ 'ਚ ਖੜਨਾ ਤੇ ਉਹਨਾਂ ਦਾ ਕਿਸੇ ਵੇਲੇ ਦੂਜੇ ਧੜੇ ਵੱਲ ਵਾਪਸ ਪਰਤਣਾ ਵੀ ਇੱਕ ਵੱਡੀ ਗੱਲ ਨਹੀਂ। ਔਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਵਾਕਿਆ ਜਿੰਨਾ ਨੁਕਸਾਨ ਕਰਾ ਚੁੱਕਿਆ, ਕੁਝ ਵੀ ਸੰਭਵ ਹੋ ਸਕਦਾ। ਲੇਕਿਨ ਕਿਉਂਕਿ ਜਦੋਂ ਅਸੀਂ ਮਲੂਕਾ ਸਾਹਿਬ ਦੀ ਗੱਲ ਕਰਦੇ ਹਾਂ, ਜਿਹੜਾ ਅਸੀਂ ਸ਼ੁਰੂ 'ਚ ਕੀਤੀ ਸੀ, ਮਲੂਕਾ ਸਾਹਿਬ ਕੋਲ ਕੋਈ ਬਹੁਤੇ, ਸਿਕੰਦਰ ਸਿੰਘ ਮਲੂਕਾ ਕੋਲੇ ਕੋਈ ਬਹੁਤੇ ਰਾਹ ਰਸਤੇ ਤਾਂ ਬਚੇ ਨਹੀਂ ਸੀਗੇ। ਸੋ ਸੁਖਬੀਰ ਸਿੰਘ ਬਾਦਲ ਦੀ ਉਡੀਕ ਉਹ ਕਰ ਰਹੇ ਸੀ, ਜਦੋਂ ਉਹ ਜਾਂਦੇ ਨੇ ਤਾਂ ਉਹ ਸਾਰੀ ਮਨਮਨੌਤ ਹੋ ਜਾਂਦੀ ਹੈ। ਇਹਦੇ ਤੇ ਜ਼ਿਆਦਾ ਟਿੱਪਣੀ ਦੀ ਲੋੜ ਨਹੀਂ। ਲੇਕਿਨ ਤੁਹਾਡੇ ਜਲੰਧਰ 'ਚ ਜਿਹੜਾ ਇਹ ਪਟਾਕਾ ਜਿਹਾ ਪਿਆ, ਇਹਦੇ ਬਾਰੇ ਮੈਨੂੰ ਜ਼ਰਾ ਜਾਣਕਾਰੀ ਦਿਓ ਕਿ ਸਰਬਜੀਤ ਸਿੰਘ ਮੱਕੜ ਨੂੰ ਅਕਾਲੀ ਦੁਬਾਰਾ ਲੈਣ ਲਈ ਤਿਆਰ ਨਹੀਂਗੇ, ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵਾਪਸ ਨਹੀਂ ਲੈਣਾ ਚਾਹੁੰਦੇ, ਕਿਉਂਕਿ ਉਹ 2-3 ਥਾਵਾਂ ਤੋਂ ਇਲੈਕਸ਼ਨ ਲੜਾ ਚੁੱਕੇ ਆ, ਪਰਿਵਾਰ ਦੇ ਨੇੜੇ ਸੀਗੇ ਬਾਦਲ ਪਰਿਵਾਰ ਦੇ। ਉਹਨਾਂ ਦੇ ਭਰਾ ਵੱਲੋਂ ਜਿਹੜਾ ਇੱਕ ਤਰ੍ਹਾਂ ਨਾਲ ਆਊਟਪਲਸ ਜਿਹਨੂੰ ਕਹਿੰਦੇ ਆ, ਜਿਹੜਾ ਉਹ ਉਹਨਾਂ ਨੇ ਆਪਣਾ ਅੰਦਰ ਫਰੋਲਿਆ, ਉਸ ਤੋਂ ਬਾਅਦ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਕੀ ਸਥਿਤੀ ਆ, ਤੇ ਜਿਹੜੇ ਉਹਨਾਂ ਇਲਜ਼ਾਮ ਲਾਏ ਆ ਉਹ ਵੀ ਕਾਫੀ ਸੰਗੀਨ ਲੱਗਦੇ ਆ। ਬਾਅਦ ਦੇ ਵਿੱਚ ਭਾਵੇਂ ਉਹਨਾਂ ਪੋਸਟ ਡਿਲੀਟ ਕਰਤੀ, ਲੇਕਿਨ ਬਹੁਤ ਸਾਰੇ ਲੋਕਾਂ ਨੇ ਉਹਨੂੰ ਡਾਊਨਲੋਡ ਕਰਕੇ ਰੱਖ ਲਿਆ। ਜਿਵੇਂ ਸਾਡੇ ਬਹੁਤ ਸਤਿਕਾਰਯੋਗ ਜਰਨਲਿਸਟ ਨੇ IP ਸਿੰਘ, ਉਹਨਾਂ ਨੇ ਵੱਡੀ ਸਟੋਰੀ ਵੀ ਕੀਤੀ ਇਹਦੇ ਤੇ ਕਿ ਲੋਕਾਂ ਡਾਊਨਲੋਡ ਤਾਂ ਕਰ ਹੀ ਲਈਆਂ ਚੀਜ਼ਾਂ, ਭਾਵੇਂ ਮਿਟਾਤੀਆਂ ਗਈਆਂ। ਸਬੂਤ ਕਿੱਥੇ ਮਿਟਦੇ ਆ ਜੀ? ਪੈੜਾਂ ਤਾਂ ਦੂਰ ਤੱਕ ਜਾਂਦੀਆਂ ਜਦੋਂ ਪੈੜਾਂ ਬਣ ਜਾਣ। ਰੰਧਾਵਾ ਜੀ, ਸਰਬਜੀਤ ਸਿੰਘ ਮੱਕੜ ਉਹਨਾਂ ਪਹਿਲੀ ਵਾਰ ਅਕਾਲੀ ਪੋਲਿਟਿਕਸ ਦੇ ਵਿੱਚ ਇੱਕ ਅਹਿਮ ਪੋਸਟ ਤੇ ਨਜ਼ਰ ਆਉਂਦੇ ਨੇ ਜਦ 2001 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਆਪ ਉਹਨਾਂ ਦੇ ਘਰ ਜਾਂਦੇ ਨੇ ਤੇ ਉਹਨਾਂ ਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਾਉਂਦੇ ਨੇ। ਉਸ ਤੋਂ ਬਾਅਦ ਵੀ ਕਈ ਵਾਰ ਇਹ ਚੀਜ਼ਾਂ ਹੋਈਆਂ ਕਿ ਆਦਮਪੁਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ, ਆਦਮਪੁਰ ਤੋਂ ਉਹ ਜਿੱਤ ਵੀ ਗਏ। ਬਾਅਦ ਚੋਂ ਉਹ ਹਲਕਾ ਰਿਜ਼ਰਵ ਹੋ ਗਿਆ, ਉਹਨਾਂ ਨੂੰ ਸ਼ਿਫਟ ਕੀਤਾ ਗਿਆ ਕਪੂਰਥਲਾ। ਕਪੂਰਥਲੇ ਤੋਂ ਰਾਣਾ ਗੁਰਜੀਤ ਉਹਨਾਂ ਨਾਲ ਹਾਰ ਗਏ। ਉਸ ਤੋਂ ਬਾਅਦ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਜਦ ਜਗਬੀਰ ਬਰਾੜ ਉਹਨਾਂ ਅਕਾਲੀ ਦਲ ਛੱਡ ਜਾਂਦੇ ਨੇ ਕੰਟੋਨਮੈਂਟ ਤੋਂ, ਤੇ ਉਹਨਾਂ ਨੂੰ ਉੱਥੋਂ ਉਤਾਰਿਆ ਜਾਂਦਾ ਹੈ। ਉੱਥੇ ਵੀ ਉਹ ਹਾਰ ਜਾਂਦੇ ਨੇ ਔਰ ਉਸ ਤੋਂ ਬਾਅਦ ਹੁਣ ਦੁਬਾਰਾ ਉਸ ਟਿਕਟ ਦੀ ਆਸ ਵਿੱਚ ਉਹ ਬੈਠੇ ਹੋਏ ਸੀਗੇ। ਅਚਾਨਕ ਹੀ ਹਾਈ ਕਮਾਨ ਯਾਨੀ ਸੁਖਬੀਰ ਬਾਦਲ ਮਜੀਠੀਆ ਉਹਨਾਂ ਦਾ ਫੈਸਲਾ ਹੁੰਦਾ ਹੈ ਕਿ ਵੀ ਜਗਬੀਰ ਬਰਾੜ ਹੁਣ ਅਕਾਲੀ ਦਲ ਦੇ ਵਿੱਚ ਵਾਪਸ ਆ ਰਹੇ ਨੇ, ਉਹਨਾਂ ਨੂੰ ਜੁਆਇਨ ਕਰਾਇਆ ਜਾਂਦਾ, ਨਾਲ ਦੇ ਨਾਲ ਉਹਨਾਂ ਦੀ ਟਿਕਟ ਅਨਾਉਂਸ ਹੋ ਜਾਂਦੀ ਹੈ। ਮੱਕੜ ਸਾਹਿਬ ਉਸ ਦਿਨ ਪ੍ਰੋਗਰਾਮ ਰੱਖ ਕੇ ਬੈਠੇ ਹੋਏ ਸੀ ਆਪਣੇ ਘਰੇ ਔਰ ਉਹਨਾਂ ਨੂੰ ਉਮੀਦ ਸੀ ਕਿ ਸੁਖਬੀਰ ਬਾਦਲ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਮਨਾ ਕੇ ਜਾਣਗੇ। ਪ੍ਰੈਸ ਕਾਨਫਰੰਸ ਜਦ ਸੁਖਬੀਰ ਬਾਦਲ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਵੀ ਤੁਸੀਂ ਮੱਕੜ ਸਾਹਿਬ ਦੇ ਘਰ ਜਾ ਰਹੇ ਹੋ ਕਿ ਨਹੀਂ ਜਾ ਰਹੇ, ਜਾਂ ਮੱਕੜ ਸਾਹਿਬ ਨੇ ਜਿੱਥੇ ਸਮਾਗਮ ਰੱਖਿਆ ਉੱਥੇ ਤੁਸੀਂ ਜਾ ਰਹੇ ਹੋ ਕਿ ਨਹੀਂ ਜਾ ਰਹੇ, ਉਹ ਕਹਿੰਦੇ ਸਾਨੂੰ ਕੋਈ ਨੌਲੇਜ ਨਹੀਂ, ਅਸੀਂ ਨਹੀਂ ਜਾ ਰਹੇ। ਪਰ ਉਸੇ ਦਿਨ ਮੱਕੜ ਸਾਹਿਬ ਤੋਂ ਵੀ ਬੜੇ ਛੋਟੇ ਕੱਦ ਦੇ ਨੇਤਾ ਯਾਨੀ ਕਮਲ ਜਿਹੜਾ ਸਾਡੇ ਪਾਰਸ਼ਦ ਜਿਹੜੇ ਸੀਗੇ ਉਹ ਵੀ ਨਾਰਾਜ਼ ਸੀਗੇ ਟਿਕਟ ਨੂੰ ਲੈ ਕੇ, ਉਹਦੇ ਘਰ ਪਹੁੰਚ ਜਾਂਦੇ ਨੇ, ਪਰ ਸਰਬਜੀਤ ਮੱਕੜ ਦੇ ਘਰ ਨਹੀਂ ਜਾਂਦੇ। ਇਹ ਨਾਰਾਜ਼ਗੀਆਂ ਦਾ ਦੌਰ ਚੱਲ ਰਿਹਾ ਸੀਗਾ। ਹਾਲਾਂਕਿ ਮੱਕੜ ਸਾਹਿਬ ਦੀ ਰਾਜਨੀਤੀ ਨੂੰ ਜਾਂ ਮੱਕੜ ਸਾਹਿਬ ਦੀ ਗੱਲ ਕਰੀਏ ਪੋਲਿਟਿਕਸ ਦੇ ਵਿੱਚ, ਤੇ ਕਿਸੇ ਵੀ ਜਗ੍ਹਾ ਉਹਨਾਂ ਨੇ ਅੱਜ ਤੱਕ ਅਕਾਲੀਆਂ ਦੇ ਪ੍ਰਤੀ ਜਾਂ ਆਪਣੀ ਅਕਾਲੀ ਹਾਈਕਮਾਨ ਦੇ ਪ੍ਰਤੀ ਰੋਸ਼ ਵਿਅਕਤ ਨਹੀਂ ਕੀਤਾ। ਜਿੱਥੋਂ ਉਹਨਾਂ ਨੇ ਟਿਕਟ ਮੰਗੀ ਜਾਂ ਜਿੱਥੋਂ ਹਾਈਕਮਾਨ ਚਾਹੁੰਦਾ ਸੀਗਾ ਉਹਨਾਂ ਨੂੰ ਫੀਲਡ ਕਰਨ ਵਾਸਤੇ, ਉਹ ਮੱਕੜ ਸਾਹਿਬ ਨੂੰ ਫਿੱਟ ਕਰ ਦਿੰਦੇ ਸੀ। ਐਤਕੀ ਪਹਿਲੀ ਵਾਰ ਸੀਗਾ ਕਿ ਮੱਕੜ ਉਹਨਾਂ ਨੂੰ ਲੱਗਦਾ ਸੀਗਾ ਕਿ ਵੀ ਜਗਬੀਰ ਬਰਾੜ ਦੀ ਤੇ ਭਗਤ ਸਿੰਘ ਉਹਨਾਂ ਦੀ ਲੜਾਈ ਦੇ ਵਿੱਚ ਸ਼ਾਇਦ ਮੇਰੀ ਗੇਮ ਬਣ ਸਕਦੀ ਹੈ, ਔਰ ਖਾਸ ਕਰਕੇ ਕੰਟੋਨਮੈਂਟ ਦੇ ਵਿੱਚ। ਉੱਥੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਅਗਲੀ ਟਿਕਟ ਕਿੱਥੋਂ ਦੇਣੀ ਹੈ ਹਜੇ ਤੱਕ ਉਹ ਵੀ ਨਹੀਂ ਦੱਸਿਆ ਗਿਆ।
ਕਿਉਂਕਿ ਕਪੂਰਥਲਾ ਦੇ ਵਿੱਚੋਂ ਵੀ ਪਹਿਲੇ ਹੀ ਇੱਕ ਐਚ.ਐਸ. ਵਾਲੀਆ ਜਿਹੜਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਸੀਗੇ, ਉਹਨਾਂ ਨੂੰ ਕਪੂਰਥਲੇ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਇਆ ਗਿਆ, ਉਹਨਾਂ ਨੂੰ ਟਿਕਟ ਦਾ ਵੀ ਭਰੋਸਾ ਦਿੱਤਾ ਗਿਆ। ਯਾਨੀ ਮੱਕੜ ਉਹਨਾਂ ਦੀ ਐਡਜਸਟਮੈਂਟ ਕਿਸੇ ਜਗ੍ਹਾ ਲੱਗਦੀ ਨਹੀਂ ਸੀ। ਪਰ ਕੱਲ ਇਸ ਨਾਰਾਜ਼ਗੀ ਦੇ ਵਿੱਚ ਇੱਕ ਵੱਡਾ ਧਮਾਕਾ ਆਇਆ ਜਦ ਉਹਨਾਂ ਦੇ ਭਰਾ ਭੁਪਿੰਦਰ ਸਿੰਘ ਮੱਕੜ, ਜਿਨ੍ਹਾਂ ਨੂੰ ਲੋਕੀ ਬਿੱਟੂ ਮੱਕੜ ਦੇ ਨਾਂ ਤੇ ਜ਼ਿਆਦਾ ਜਾਣਦੇ ਨੇ, ਉਹ ਹਾਲਾਂਕਿ ਬਿਮਾਰ ਚੱਲ ਰਹੇ ਨੇ। ਬਿਮਾਰੀ ਦੇ ਬਾਵਜੂਦ ਵੀ ਉਹਨਾਂ ਨੇ ਸੁਖਬੀਰ ਬਾਦਲ ਔਰ ਅਕਾਲੀ ਦਲ ਦੇ ਉੱਤੇ ਆਪਣਾ ਜੋ ਵੀ ਗੁੱਸਾ ਸੀਗਾ ਉਹ ਕੱਢਿਆ। ਗੁੱਸਾ ਕੱਢਦੇ ਹੋਏ ਉਹਨਾਂ ਨੇ ਇਹ ਤੱਕ ਕਿਹਾ ਕਿ ਸਾਡੇ ਹੀ ਇੱਕ ਭਰਾ, ਜਿਹਦਾ ਨਾਂ ਨਹੀਂ ਲਿੱਤਾ, ਬ੍ਰੈਕਟ 'ਚ ਲਿਖਿਆ ਨੋਟ ਸੁਖਬੀਰ, ਨੋਟ ਸਰਬਜੀਤ ਮੱਕੜ, ਕਿ ਵੀ ਉਹ ਉਹਨਾਂ ਦਾ ਨਾਂ ਕੁਲਦੀਪ ਮੱਕੜ ਹੈਗਾ, ਜਿਹੜੇ ਚੰਡੀਗੜ੍ਹ ਰਹਿੰਦੇ ਨੇ, ਇਹਨਾਂ ਦੇ ਇੱਕ ਭਰਾ, ਉਹਨਾਂ ਨੂੰ ਮਾਈਨਿੰਗ ਦੇ ਬਿਜ਼ਨਸ ਵਿੱਚ ਪਾ ਕੇ ਗਲਤ ਰਸਤੇ 'ਚ ਪਾਇਆ। ਔਰ ਉਹਨਾਂ ਨੂੰ ਬਾਦਲ ਪਰਿਵਾਰ ਨੇ ਜਾਂ ਮਜੀਠੀਆ ਉਹਨਾਂ ਨੇ ਇੱਕ ਤਰੀਕੇ ਨਾਲ ਗਲਤ ਰਸਤੇ 'ਚ ਪਾ ਦਿੱਤਾ। ਸਾਨੂੰ ਟਿਕਟਾਂ ਦੀ ਪਰਵਾਹ ਨਹੀਂ, ਪਰ ਸਾਡੇ ਪਰਿਵਾਰ ਦੀ ਜਿੰਨੀ ਕੁ ਬਦਨਾਮੀ ਹੋਈ ਹੈ, ਜਾਂ ਸਾਡੇ ਫਾਦਰ ਸਾਹਿਬ ਮਰਨ ਤੋਂ ਪਹਿਲੇ ਇਹ ਗੱਲ ਕਹਿ ਗਏ ਸੀਗੇ ਕਿ ਆਪਾਂ ਬਾਦਲਾਂ ਦਾ ਸਾਥ ਜਾਂ ਅਕਾਲੀਆਂ ਦਾ ਸਾਥ ਕਦੀ ਨਹੀਂ ਛੱਡਣਾ, ਪਰ ਉਹ ਗੱਲ ਅਕਾਲੀਆਂ ਦੇ ਵਿੱਚ ਰਹੀ ਨਹੀਂ। ਪਰ ਉਹਨਾਂ ਨੇ ਕੁਝ ਮਿੰਟਾਂ ਬਾਅਦ ਹੀ ਆਪਣੀ ਇਸ ਫੇਸਬੁੱਕ ਪੋਸਟ ਨੂੰ ਡਿਲੀਟ ਵੀ ਕਰਤਾ। ਕਈ ਵਾਰ ਹੁੰਦਾ ਬੰਦਾ ਕੁਝ ਉਤੇਜਨਾ ਦੇ ਵਿੱਚ ਕਈ ਗੱਲਾਂ ਲਿਖ ਜਾਂਦਾ ਹੈ, ਬਾਅਦ ਚੋਂ ਜਦ ਤੀਰ ਕਮਾਨ ਤੋਂ ਨਿਕਲ ਜਾਂਦਾ ਹੈ ਤੇ ਤੀਰ ਵਾਪਸ ਫੜਨਾ ਔਖਾ ਹੋ ਜਾਂਦਾ ਹੈ। ਕੁਝ ਐਦਾਂ ਦੀ ਗੱਲ ਲੱਗਦੀ ਹੈ। ਪਰ ਤਦ ਤੱਕ ਇਹ ਗੱਲ ਵਾਇਰਲ ਹੋ ਗਈ ਸੀਗੀ। ਮੱਕੜ ਉਹਨਾਂ ਅਕਾਲੀ ਦਲ ਤੋਂ ਨਾਰਾਜ਼ ਨੇ, ਪਰ ਜਿੱਦਾਂ ਮਲੂਕਾ ਉਹਨਾਂ ਇੱਕ ਵਾਰ ਸੁਖਬੀਰ ਬਾਦਲ ਉਹਨਾਂ ਦੇ ਮਿਲਣ ਤੋਂ ਬਾਅਦ ਉਹ ਮੰਨ ਗਏ, ਔਰ ਹੁਣ ਜਿਹੜੀ ਗੱਲਾਂ ਉਹਨਾਂ ਦੀ ਹੋਣੀ ਸੀਗੀ ਉਹ ਹੋ ਵੀ ਗਈ। ਇਸ ਤਰ੍ਹਾਂ ਮੱਕੜ ਉਹਨਾਂ ਵੀ ਮੰਨ ਸਕਦੇ ਸੀਗੇ, ਕਿਉਂਕਿ ਜਿਸ ਦਿਨ ਜਗਬੀਰ ਬਰਾੜ ਉਹਨਾਂ ਨੂੰ ਟਿਕਟ ਮਿਲੀ, ਉਸ ਤੋਂ 2-3 ਦਿਨ ਬਾਅਦ ਹੀ ਅਨਿਲ ਜੋਸ਼ੀ ਉਹਨਾਂ ਅੰਮ੍ਰਿਤਸਰ ਦੇ ਵਿੱਚ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਸੀ। ਔਰ ਉਸ ਦਿਨ ਸੁਖਬੀਰ ਬਾਦਲ ਦੇ ਨਾਲ ਸਟੇਜ ਸਾਂਝੀ ਕੀਤੀ ਸੀ ਮੱਕੜ ਉਹਨਾਂ ਨੇ। ਪਰ ਸਟੇਜ ਸਾਂਝੀ ਕਰਨ ਤੋਂ ਬਾਅਦ ਵੀ ਇਹ ਨਾਰਾਜ਼ਗੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਜਾਰੀ ਰੱਖੀ। ਇਹ ਕਿਸੇ ਨਾ ਕਿਸੇ ਜਗ੍ਹਾ ਇਹ ਗੱਲ ਦਰਸਾਉਂਦੀ ਸੀ ਵੀ ਸੁਖਬੀਰ ਬਾਦਲ ਨੇ ਮੱਕੜ ਉਹਨਾਂ ਨੂੰ ਬਹੁਤਾ ਸੀਰੀਅਸਲੀ ਨਹੀਂ ਲਿਆ, ਨਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਨਾ ਮੋਢੇ ਤੇ ਹੱਥ ਰੱਖ ਕੇ ਕੋਈ ਫੋਟੋ ਫਾਟੋ ਜੀ ਖਿਚਾਈ ਜਿਹਦੇ ਕਰਕੇ ਕੋਈ ਸੁਲਹ ਸਫਾਈ ਹੋ ਸਕਦੀ ਸੀ। ਪਰ ਇਹ ਲੜਾਈ ਮੈਨੂੰ ਲੱਗਦਾ ਨਹੀਂ ਕਿ ਬਹੁਤ ਦੂਰ ਤੱਕ ਜਾਏਗੀ। ਮੱਕੜ ਸਾਹਿਬ ਨੂੰ ਜਿੱਦਾਂ ਹੀ ਸੁਖਬੀਰ ਬਾਦਲ ਉਹਨਾਂ ਨੇ ਉਹ ਜਾਦੂ ਦੀ ਜੱਫੀ ਪਾਈ, ਇਹ ਕੰਮ ਠੀਕ ਹੋ ਜਾਣਾ। ਪਰ ਬਿੱਟੂ ਮੱਕੜ ਉਹਨਾਂ ਦੀ ਇਸ ਪੋਸਟ ਤੋਂ ਬਾਅਦ ਜ਼ਰੂਰ ਕੁਝ ਨਾ ਕੁਝ ਜਲੰਧਰ ਦੇ ਅਕਾਲੀ ਸਰਕਲ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਕਿ ਵੀ ਮੱਕੜ ਪਰਿਵਾਰ ਵੀ ਬਾਦਲਾਂ ਦਾ ਇੰਨਾ ਵਿਰੋਧ ਕਰ ਸਕਦਾ ਹੈ ਔਰ ਸਿੱਧੇ ਐਲੀਗੇਸ਼ਨ ਲਾ ਸਕਦਾ ਹੈ। ਔਰ ਇੱਥੇ ਤੱਕ ਕਿ ਸੁਖਬੀਰ ਬਾਦਲ ਉਹਨਾਂ ਨੇ ਕੁਝ ਪਰਸਨਲ ਐਲੀਗੇਸ਼ਨ ਵੀ ਉਹਨਾਂ ਨੇ ਲਾਏ ਕਿ ਉਹ ਆਪਣੇ ਫਾਦਰ ਸਾਹਿਬ ਦੀ ਵਿਰਾਸਤ ਨੂੰ ਹਾਸਿਲ ਕਰਕੇ ਇੱਥੇ ਤੱਕ ਆਏ ਨੇ, ਔਰ ਉਹ ਇਸ ਗੱਲ ਦੇ ਸ਼ਾਇਦ ਕਾਬਿਲ ਵੀ ਨਹੀਂ ਹੈਗੇ। ਚਲੋ ਇਹ ਗੱਲਾਂ ਤੇ ਜਿਹੜੀ ਉਹਨਾਂ ਨੇ ਪਾਈ ਸੀਗੀ ਉਹ ਮਿਟਾ ਵੀ ਦਿੱਤੀ, ਪਰ ਇਹ ਗੱਲਾਂ ਕਈ ਵਾਰ ਦਿਲੋਂ ਨਹੀਂ ਮਿਟਦੀ ਹੁੰਦੀ। ਇੱਕ ਵਾਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਚੀਜ਼ ਛੱਡ ਦਿੰਦੇ ਹੋ ਤੇ ਉਹਦੇ ਕਈ ਸਬੂਤ ਵੀ ਰਹਿ ਜਾਂਦੇ। ਕਈ ਲੋਕਾਂ ਕੋਲ ਇਹ ਵੀਡੀਓ ਹਜੇ ਵੀ ਮੌਜੂਦ ਹੈਗੀ ਹੈ ਔਰ ਇਹ ਦਿਖਾਉਂਦੇ ਫਿਰਦੇ ਨੇ ਕਿ ਵੀ ਮੱਕੜ ਸਾਹਿਬ ਨੇ ਆਪਣੀ ਇਸ ਨਾਰਾਜ਼ਗੀ ਨੂੰ ਕਿੱਥੇ ਤੱਕ ਲੈ ਕੇ ਗਏ ਜੋ ਉਹਨਾਂ ਤੋਂ ਕਦੀ ਉਮੀਦ ਨਹੀਂ ਸੀ। ਕਿਉਂਕਿ ਸਰਬਜੀਤ ਮੱਕੜ ਉਹਨਾਂ ਬਹੁਤ ਜ਼ਿਆਦਾ ਅਕਾਲੀ ਦਲ ਜਾਂ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਨਾਰਾਜ਼ ਹੋਣ, ਇਹ ਗੱਲ ਕਦੀ ਮੰਨੀ ਨਹੀਂ ਜਾ ਸਕਦੀ। ਹਜੇ ਵੀ ਇਹ ਸਿਚੁਏਸ਼ਨ ਕੰਟਰੋਲ ਵਿੱਚ ਹੋ ਜਾਏਗੀ ਜਿੱਦਾਂ ਅਸੀਂ ਕਿਹਾ ਕਿ ਜਾਦੂਈ ਜੱਫੀ ਜਦ ਮੱਕੜ ਸਾਹਿਬ ਨੂੰ ਪਏਗੀ ਤਾਂ ਸਾਰਾ ਕੁਝ ਠੀਕ ਹੋ ਜਾਏਗਾ, ਔਰ ਉਮੀਦ ਕਰਦੇ ਹਾਂ ਕਿ ਕੰਮ ਛੇਤੀ ਹੋਏਗਾ। ਬਹੁਤ ਮਿਹਰਬਾਨੀ। ਵੇਖਦੇ ਆ ਕਿ ਜਿਹੜੇ ਮੰਤਰੀ ਨੇ ਉਹ ਕਦੋਂ ਮੁੱਖ ਮੰਤਰੀ ਨੂੰ ਮਿਲਦੇ ਆ, ਔਰ ਜੇ ਮੁੱਖ ਮੰਤਰੀ ਨੂੰ ਮਿਲਦੇ ਆ ਤੇ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੀ ਇਤਿਹਾਸਕਤਾ, ਗੁਰਦੁਆਰਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਔਰ ਸਿੱਖਾਂ ਦਾ ਉਸ ਜਗ੍ਹਾ ਨਾਲ ਲਗਾ ਦਰਕਨਾਰ ਕਿਵੇਂ ਕੀਤਾ ਜਾਂਦਾ ਹੈ ਕਿ ਕਰਤਾਰਪੁਰ ਸਾਹਿਬ ਔਰ ਡੇਰਾ ਬਾਬਾ ਨਾਨਕ ਦੇ ਦਰਮਿਆਨ ਦੇ ਵਿੱਚ ਕੋਈ ਸਰਕਾਰਾਂ ਦੀ ਨਜ਼ਰ ਸਵਾਲੀ ਹੋਊਗੀ। ਇਹ ਰਾਹ ਰਸਤੇ ਮੋਕਲੇ ਹੋਣਗੇ, ਇਹਨਾਂ ਰਾਹਾਂ ਤੇ ਬਹੁਤ ਸਾਰੇ ਸਿਰ ਇਕੱਠੇ ਹੋਣਗੇ ਔਰ ਇੱਥੇ ਇਨਵੈਸਟਮੈਂਟ ਦਾ ਇੱਕ ਦੌਰ ਚੱਲੂਗਾ। NRIs ਵੀ ਜੇਕਰ ਇਹ ਜਗ੍ਹਾ ਵਿਕਸਿਤ ਹੁੰਦੀ ਆ ਤਾਂ ਇੱਥੇ ਬੈਠਣਾ ਚਾਹਣਗੇ। ਮੇਰਾ ਖਿਆਲ ਆ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਗੇ ਇਹ ਲੋਕ ਜੇ ਸਿਆਸਤ ਵਿੱਚ ਇਹਨਾਂ ਨੇ ਦੇਰ ਤੱਕ ਰਹਿਣਾ ਤਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।